सिमर दोराहा ਦੀ ਪੁਸਤਕ ਸਮਾਨ ਦਾ ਭਾਗ 8 ਗਾਇਕੀ। ਫਿਰ ਉਹੀ ਹੋਇਆ ਜੋ ਤੁਸੀਂ ਸੋਚ ਰਹੇ ਹੋ। ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਲੋਕ ਗਾਉਣ ਵਾਲੇ ਨੂੰ ਤਾਂ ਆਪਣਾ ਹੀਰੋ ਸਮਝਦੇ ਆ। ਆਪਣਾ ਤੇ ਅੱਜ ਦਾ ਯੂਥ ਜਿਵੇਂ ਚੱਲਦਾ ਹੀ ਇਹਨਾਂ ਦੇ ਕਹੇ 'ਤੇ ਆ। ਕੁਝ ਅਜਿਹਾ ਹੀ ਹੋਇਆ ਮੇਰੇ ਨਾਲ ਵੀ। ਇੱਕ ਵੱਡੀ ਕੰਪਨੀ ਜਿਸ ਦਾ ਨਾਮ ਸੀ ਡਰੱਗ ਰਿਕਾਰਡਸ ਮੈਨੂੰ ਇੱਕ ਦਿਨ ਸਟੂਡੀਓ ਲੈ ਗਈ ਅਤੇ ਆਹ ਕੂਲਿਪਾਂ ਵਾਲਾ ਗਾਣਾ ਗਵਾਤਾ। ਉੱਥੇ ਇੱਕ ਮਿਊਜ਼ਿਕ ਕਰਨ ਵਾਲਾ ਬੈਠਾ ਸੀ, ਪਜਾਮਾ ਜਿਹਾ ਪਾਈ, ਟੋਪੀ ਉਹਨੇ ਲਈ ਹੋਈ, ਆਪਣੀ ਬੀਟ 'ਤੇ ਹੀ ਨੱਚੀ ਜਾਏ ਅਤੇ ਕਹਿੰਦਾ ਬਰੋ ਮੈਂ ਇਹ ਖਾਸ ਤੁਹਾਡੇ ਲਈ ਲੱਭੀ ਆ ਕਿਤੋਂ। ਮੈਂ ਸੋਚਾਂ ਵੀ ਇਹ ਤਾਂ ਕਹਿੰਦੇ ਹੁੰਦੇ ਆ ਵੀ ਅਸੀਂ ਆਪ ਬਣਾਉਂਦੇ ਹਾਂ। ਤਾਂ ਮੈਂ ਸੋਚਿਆ ਵੀ ਚਲੋ ਹੋ ਕੁਝ। ਮੈਂ ਕਿਹਾ ਦੱਸੋ ਭਾਈ ਕਰਾਂ ਕੀ। ਕਹਿੰਦਾ ਬਸ ਤੁਸੀਂ ਗਾ ਦਿਓ ਗਾਣਾ, ਸੌਰੀ ਮਾਈਕ ਮੈਂ ਤੁਹਾਨੂੰ ਲਾ ਦਿਓ, ਆਪਾਂ ਹਾਲੇ ਡਮੀ ਤਿਆਰ ਕਰਦੇ ਹਾਂ। ਮੈਂ ਕਿਹਾ ਓਕੇ ਚਲੋ ਲਾਓ ਅਤੇ ਮੈਨੂੰ ਸੁਰ ਦਿਓ। ਉਹਨੇ ਕਿਹਾ ਉਹ ਕਿਵੇਂ ਦਈਦਾ, ਮੈਨੂੰ ਤਾਂ ਭੰਗੜੇ ਦੀਆਂ ਬੋਲੀਆਂ ਕਰਕੇ ਆਦਤ ਸੀ ਅਲਗੋਜੇ 'ਚੋਂ ਸੁਰ ਲੈਣ ਦੀ। ਹੁਣ ਇਹਨੂੰ ਕੌਣ ਦੱਸੇ ਬਈ ਅਲਗੋਜਾ ਹੁੰਦਾ ਕੀ ਹੈ। ਮੈਂ ਕਿਹਾ ਚੱਲ ਤੂੰ ਲਾ, ਗਾ ਦਿੰਦਾ ਮੈਂ ਜੋ ਵੀ ਲਾਉਣਾ। ਹੈੱਡਫੋਨ 'ਤੇ ਜਦੋਂ ਉਹਨੇ ਬੀਟ ਲਾਈ ਤਾਂ ਮੈਂ ਉਹਦੇ ਨਾਲ ਪੰਜਾ ਮਾਰ ਮਾਰ ਕੇ ਬੀਟ ਫੜੀ ਅਤੇ ਸਾਰਾ ਗੀਤ ਮੈਂ ਗਾਤਾ। ਥੋੜ੍ਹੇ ਦਿਨਾਂ ਬਾਅਦ ਸਵੇਰੇ ਜਦੋਂ ਮੈਂ ਫ਼ੋਨ ਚੁੱਕਿਆ ਤਾਂ ਫ਼ੋਨ ਮੈਸੇਜਾਂ ਨਾਲ ਭਰਿਆ ਪਿਆ ਸੀ। ਮੈਂ ਇੰਦੇ ਨੂੰ ਦੱਸਿਆ ਵੀ ਆਹ ਸਾਲਾ ਕੀ ਚੱਕਰ ਪੈ ਗਿਆ। ਤਾਂ ਫਿਰ ਉਹ ਕਹਿੰਦਾ ਘਬਰਾ ਨਾ, ਪੜ੍ਹ ਮੈਸੇਜ ਕਾਹਦੇ ਨੇ। ਜਦ ਦੇਖੇ ਮੇਰੇ ਗਾਣੇ ਦੇ ਸੀ। ਸਭ ਨੇ ਕਿਹਾ ਬਾਈ ਜੀ ਅੱਤ ਕਰਾਤੀ। ਮੈਂ ਹੈਰਾਨ ਵੀ ਕੂਲਿਪਾਂ ਵਾਲੇ ਗਾਣੇ 'ਚ ਕੀ ਅੱਤ ਕਰਾਤੀ ਮੈਂ। ਪਰ ਚਲੋ ਜੋ ਵੀ ਸੀ, ਸਭ ਤੋਂ ਵੱਧ ਹੈਰਾਨੀ ਤਾਂ ਉਦੋਂ ਹੋਈ ਜਦ ਮੈਂ ਗਾਣਾ ਸੁਣਿਆ। ਉਹ ਘੁੱਗੂ ਜੇ ਨੇ ਮੇਰੀ ਆਵਾਜ਼ ਬਦਲੀ ਪਈ ਸੀ। ਮੈਨੂੰ ਆਪਣੀ ਆਵਾਜ਼ ਸੁਣ ਕੇ ਬੜੀ ਖੁਸ਼ੀ ਜਿਹੀ ਹੋ ਰਹੀ ਸੀ। ਪਹਿਲੀ ਵਾਰ ਇੱਦਾਂ ਬੀਟ ਨਾਲ ਸੀ, ਮਿਊਜ਼ਿਕ ਨਾਲ ਸੁਣਿਆ ਸੀ। ਬੜਾ ਸਵਾਦ ਆਇਆ। ਸਾਲਾ ਇੰਦਾ ਵੀ ਸੁਣੀ ਜਾਵੇ ਅਤੇ ਹੈਰਾਨ ਹੋਈ ਜਾਵੇ। ਅਤੇ ਉੱਧਰੋਂ ਜਿਹੜੇ ਸ਼ਰੀਕ ਮੇਰੇ ਪਿਓ ਨੂੰ ਤਸਕਰ ਕਹਿ ਕੇ ਮੇਰਾ ਰਿਸ਼ਤਾ ਤੁੜਵਾਇਆ ਸੀ, ਉਹਦੇ ਪੁੱਤ ਦਾ ਫੋਨ ਆਇਆ ਕਿ ਵੀਰੇ ਪਹਿਚਾਣਿਆ, ਮੈਂ ਵੀ ਤੁਹਾਡੇ ਮੱਲੇ 'ਚ ਹੀ ਰਹਿਣਾ ਹੁੰਨਾ, ਛੋਟੇ ਹੁੰਦੇ ਇਕੱਠੇ ਖੇਡਦੇ ਸੀ ਆਪਾਂ। ਉੱਧਰੋਂ ਮੇਰੀ ਮਾਂ ਦਾ ਫੋਨ ਆ ਗਿਆ ਕਿ ਆਹ ਕੀ ਗਾਤਾ ਤੂੰ। ਰਿਸ਼ਤੇਦਾਰਾਂ ਵੀ ਉੱਪਰੋਂ ਗਲਤ ਨਹੀਂ ਕਹਿ ਰਹੇ, ਸਗੋਂ ਵਧਾਈ ਦੇ ਰਿਹਾ ਕਿ ਮੁੰਡੇ ਦਾ ਗਾਣਾ ਚੱਲ ਪਿਆ। ਮੈਂ ਕਿਹਾ ਮਾਤਾ ਮੈਂ ਤਾਂ ਐਵੇਂ ਹੀ ਖੱਪ ਕੀਤੀ ਸੀ, ਮੈਨੂੰ ਵੀ ਨਹੀਂ ਸੀ ਪਤਾ ਕਿ ਇੰਨਾ ਕੰਮ ਚੱਲ ਪਊ। ਫਿਰ ਕੀ ਸੀ, ਸੋਹੇ ਸਾਹਿਬ ਦਾ ਫੋਨ ਆ ਗਿਆ। ਬੱਬੂ ਬੱਲੇ ਓਏ ਤੇਰੇ ਸਟਾਰ ਹੋ ਗਿਆ ਤੂੰ ਤਾਂ, ਸਾਡੇ ਲਈ ਵੀ ਟਾਈਮ ਕੱਢ ਲਿਆ ਕਰ ਹੁਣ। ਮੈਂ ਹੈਰਾਨ ਵੀ ਇੱਕਦਮ ਦੁਨੀਆ ਕਿਉਂ ਬਦਲ ਗਈ ਹੈ। ਆਪਾਂ ਤਾਂ ਰਾਤੋਂ ਰਾਤ ਸ਼ਹਿਰ ਜਾਂ ਸ਼ਿਵ ਵਾਲਾ ਕੰਮ ਕਰਤਾ। ਸਾਲੇ ਐਵੇਂ ਹੀ ਕਿਤਾਬਾਂ ਪੜ੍ਹੀ ਗਏ ਪਾਗਲਾਂ ਵਾਂਗੂ। ਲੋਕਾਂ ਨੇ ਤਾਂ ਨਸ਼ੇ ਪੱਤੇ ਦੀ ਗੱਲ ਸੁਣਨੀ ਸੀ। ਇਹ ਤਾਂ ਕਿੰਨਾ ਟਾਈਮ ਪਹਿਲਾਂ ਹੀ ਮੈਂ ਸੁਣਾ ਦਿੰਦਾ। ਫੇਰ ਕੀ ਸੀ, ਡਰੱਗ ਰਿਕਾਰਡ ਵਾਲੇ ਮੇਰੇ ਕੋਲ ਆਏ ਅਤੇ ਕਹਿੰਦੇ ਛੇਤੀ ਤਿਆਰ ਹੋ ਜਾਓ, ਕੱਪੜੇ ਪਾ ਕੇ ਤੁਹਾਡੇ ਗੱਡੀ 'ਚ ਪਏ ਆ। ਆਹ ਕੱਪੜੇ ਬਹੁਤ ਹੀ ਅਜੀਬ ਸੀ। ਇੱਕ ਖੁੱਲੀ ਜਿਹੀ ਜੀਨ ਸੀ ਅਤੇ ਉੱਤੋਂ ਖੁੱਲੀ ਟੀ-ਸ਼ਰਟ, ਅਤੇ ਮੈਨੂੰ ਇੱਕ ਮੋਟੀ ਸਾਰੀ ਸੋਨੇ ਰੰਗੀ ਚੇਨ ਦੇ ਕੇ ਕਹਿੰਦੇ ਬੱਬੂ ਜੀ ਇਹ ਗਲ 'ਚ ਪਾ ਲਓ। ਮੈਂ ਕਿਹਾ ਇਹ ਕੀ ਆ। ਕਹਿੰਦੇ ਪਾਉਣੀ ਪੈਣੀ ਆ, ਇਹਦੇ ਨਾਲ ਲੁੱਕ ਘੈਂਟ ਲੱਗੂ। ਮੈਂ ਕਿਹਾ ਚਲੋ ਪਾ ਲੈਂਦੇ ਹਾਂ। ਫਿਰ ਮੈਨੂੰ ਇੱਕ ਇੰਟਰਵਿਊ 'ਚ ਲੈ ਗਏ ਅਤੇ ਕਹਿੰਦੇ ਬਸ ਇੱਥੇ ਹਰੇਕ ਗੱਲ ਦਾ ਇੱਕ ਹੀ ਜਵਾਬ ਦੇਣਾ ਕਿ ਮੈਂ ਬਹੁਤ ਮਾੜਾ ਟਾਈਮ ਦੇਖਿਆ ਅਤੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਮੈਂ ਇਸ ਕੰਮ 'ਚ ਆਇਆ। ਹੁਣ ਮੇਰੀ ਬਾਬੇ ਨੇ ਬਾਂਹ ਫੜ ਲਈ ਹੈ। ਮੈਂ ਸੋਚਾਂ ਇਹ ਗੱਲਾਂ ਤਾਂ ਤਿੰਨੋਂ ਸੱਚੀਆਂ ਨੇ, ਪਰ ਇਹ ਮਿਹਨਤ ਮੇਰੀ ਅਜਿਹੇ ਨਸ਼ੇ ਵਾਲੇ ਗੀਤਾਂ ਲਈ ਤਾਂ ਨਹੀਂ ਸੀ। ਫਿਰ ਮੈਂ ਸੋਚਿਆ ਠੀਕ ਆ, ਕਿੰਨੇ ਸਾਲ ਸੋਚਦੇ ਰਹੇ ਕਿ ਮਸ਼ਹੂਰ ਹੋਵਾਂਗੇ ਅਤੇ ਜਦ ਹੁਣ ਹੋ ਹੀ ਗਏ ਆ ਤਾਂ ਉਹੀ ਕਰਦੇ ਆ ਨਾ ਜੋ ਲੋਕ ਕਰਾਉਣਾ ਚਾਹੁੰਦੇ ਆ। ਫਿਰ ਕੀ ਸੀ, ਇੱਕ ਤੋਂ ਬਾਅਦ ਇੱਕ ਗਾਣਾ, ਕੋਈ ਦਾਰੂ 'ਤੇ, ਕੋਈ ਭੁੱਕੀ 'ਤੇ, ਕੋਈ ਚਿੱਟੇ 'ਤੇ। 8 ਗਾਣੇ ਕੱਢੇ ਅਤੇ ਕੈਸਟ ਦਾ ਨਾਮ ਸੀ ਸਮਾਨ। ਲੋਕੀ ਪਾਗਲ ਹੋ ਗਏ। ਸਾਰੇ ਪੰਜਾਬ 'ਚ ਮੇਰੇ ਹੀ ਗੀਤ ਚੱਲਿਆ ਕਰਨ, ਗੱਡੀਆਂ 'ਚ, ਡੀਜਿਆਂ 'ਤੇ, ਘਰਾਂ 'ਚ, ਮੋਬਾਈਲਾਂ 'ਚ। ਸਮਾਨ ਐਲਬਮ ਨੇ ਰਿਕਾਰਡ ਤੋੜ ਕੰਮ ਕੀਤਾ। ਕੰਪਨੀ ਨੂੰ ਲੱਖਾਂ ਦਾ ਨਹੀਂ ਸਗੋਂ ਕਰੋੜਾਂ ਦਾ ਫਾਇਦਾ ਹੋਇਆ। ਅਤੇ ਦੂਜੀ ਐਲਬਮ ਦਾ ਨਾਮ ਸੀ ਅਸਲਾ। ਉਹਦੇ 'ਚ 8 ਗਾਣੇ ਅਲੱਗ-ਅਲੱਗ ਤਰ੍ਹਾਂ ਦੇ ਹਥਿਆਰਾਂ ਬਾਰੇ ਕੱਢੇ। ਮੇਰਾ ਤਾਂ ਮਨ ਸੀ ਕਿ ਇੱਕ ਗੀਤ ਮੈਂ ਮਾਂ ਦਾ ਗਾਵਾਂ ਜਿਹਦਾ ਮੈਂ ਇੰਨਾ ਕਰਦਾ, ਜਾਂ ਕੋਈ ਸੈਡ ਸੌਂਗ ਗਾਵਾਂ ਅਤੇ ਖੁਸ਼ੀ ਸੁਣ ਲਵੇ। ਪਰ ਕੰਪਨੀ ਵਾਲੇ ਕਹਿ ਰਹੇ ਸੀ ਕਿ ਬੱਬੂ ਜੀ ਤੁਸੀਂ ਜਸਟ ਕਮਰਸ਼ੀਅਲ ਸੋਚੋ, ਉਹ ਵੇਚੋ ਜਿਹੜਾ ਚੀਜ਼ ਯੂਥ ਮੰਗ ਰਿਹਾ ਹੈ। ਜਦੋਂ ਯੂਥ ਬਾਜ਼ਾਰ 'ਚ ਕੌਫੀ ਪੀਣਾ ਚਾਹੁੰਦਾ ਹੈ ਤਾਂ ਆਪਾਂ ਚਾਹ ਵਾਲਾ ਗਾਣਾ ਖੋਖਾ ਕਿਉਂ ਲਾਈਏ। ਲੈਟਸ ਹੀਅਰ ਅ ਕੌਫੀ ਸ਼ੌਪ। ਬਸ ਇਹ 2 ਐਲਬਮਾਂ ਨੇ ਮੈਨੂੰ ਅਤੇ ਨੌਜਵਾਨਾਂ ਦਾ ਉਸਤਾਦ ਬਣਾ ਦਿੱਤਾ। ਸਮਝ ਨਾ ਆਇਆ ਕਰੇ ਕਿ ਇਹ ਮੁੰਡੇ ਜਿਨ੍ਹਾਂ ਨੂੰ ਮੈਂ ਨਸ਼ੇ ਪੱਤੇ ਜਾਂ ਹਥਿਆਰ ਵਰਤਣ ਬਾਰੇ ਕਹਿ ਰਿਹਾ ਹਾਂ, ਇਹ ਮੇਰੇ ਟੈਟੂ ਬਣਵਾ ਰਹੇ ਨੇ, ਮੇਰੀਆਂ ਫੋਟੋਆਂ ਗੱਡੀਆਂ 'ਤੇ ਲਾ ਰਹੇ ਨੇ ਅਤੇ ਮੇਰੇ ਸ਼ੋਅ 'ਚ ਕਿੰਨੀ ਦੂਰੋਂ ਦੂਰੋਂ ਮੈਨੂੰ ਦੇਖਣ ਆਉਂਦੇ ਨੇ। ਹੁਣ ਮੈਨੂੰ ਆਪਣੇ ਆਪ 'ਤੇ ਹੀ ਸ਼ੱਕ ਜਿਹਾ ਹੋ ਗਿਆ ਕਿ ਬੱਬੂ ਤੂੰ ਦੁਨੀਆ ਬਦਲਣ ਆਇਆ ਹੈ। ਅੱਜ ਦੀ ਦੁਨੀਆ ਸੁਣਨਾ ਹੀ ਇਹ ਚਾਹੁੰਦੀ ਸੀ। ਅੱਜ ਸ਼ਿਵ ਪਾਸ਼ ਜਾਂ ਸਾਹਿਰ ਨਹੀਂ, ਲੋਕਾਂ ਨੂੰ ਬੱਬੂ ਚਾਹੀਦਾ ਹੈ। ਇਹੀ ਤਾਂ ਮਿਲਿਆ ਸੀ ਇਹਨਾਂ ਲੋਕਾਂ ਨੂੰ ਵੀ, ਉਹੀ ਤਾਂ ਆਪਾਂ ਨੂੰ ਵੀ ਮਿਲ ਰਿਹਾ ਹੈ। ਬਸ ਫੇਰ ਕੀ ਸੀ, ਕੰਮ ਹੀ ਬਹੁਤ ਸੌਖਾ ਸੀ। ਸਵੇਰੇ ਫੋਟੋ ਪਾ ਦੇਣੀ ਲਵ ਯੂ ਫੈਨਸ ਲਿਖ ਕੇ ਅਤੇ ਸ਼ਾਮ ਤੱਕ ਲੋਕਾਂ ਨੇ ਮੈਸੇਜ ਅਤੇ ਕਮੈਂਟ ਪੜ੍ਹਦੇ ਰਹਿਣਾ। ਸੋਹੀ ਸਾਹਿਬ ਵੀ ਖੁਸ਼ ਸੀ ਕਿਉਂਕਿ ਆਪਣੇ ਨਸ਼ਿਆਂ ਵਾਲੇ ਗਾਣਿਆਂ ਕਰਕੇ ਬਹੁਤ ਸਮਾਨ ਵਿਕ ਰਿਹਾ ਸੀ। ਪਰ ਇੰਦਾ ਇਕੱਲਾ ਹੀ ਸੰਭਾਲਦਾ ਸੀ ਅਤੇ ਉਹ ਖੁਸ਼ ਵੀ ਪੂਰਾ ਸੀ। ਬਸ ਕਹਿੰਦਾ ਰਹਿੰਦਾ ਸੀ ਲੋਕਾਂ ਮੂਹਰੇ ਹੋਵੇਗਾ ਬੱਬੂ ਸਾਡਾ ਤਾਂ ਉਹੀ ਸਮਾਨ ਪਾਰਟਨਰ ਆ ਹਲੇ ਵੀ। ਮੈਨੂੰ ਵੀ ਹੁਣ ਡੋਜ਼ ਵਧਾ ਦਿੱਤੀ ਸੀ। ਬੜਾ ਸਵਾਦ ਆ ਰਿਹਾ ਸੀ। ਮੈਂ ਹੈਰਾਨ ਸੀ ਜਿਸ ਦਿਨ ਮਿਹਨਤ ਕਰਨੀ ਛੱਡੀ ਸਾਲੀ ਜ਼ਿੰਦਗੀ ਸਹੀ ਰਾਹ ਪੈ ਗਈ। ਨਹੀਂ ਤਾਂ 20 ਟੈਨਸ਼ਨਾਂ ਆ ਜ਼ਿੰਦਗੀ ਦੀਆਂ, ਅਤੇ ਆਪਣੇ ਹੱਕ 'ਚ ਸੀ ਹੁਣ ਜ਼ਿੰਦਗੀ।
ਹੁਣ 1-2 ਆਫਰ ਮੈਨੂੰ ਹੋਰ ਮਿਲੇ ਜੋ ਕਿ ਬੰਬੇ ਤੋਂ ਆਏ ਫਿਲਮਾਂ ਲਈ ਗੀਤ ਚਾਹੀਦੇ ਸੀ ਅਤੇ ਮੈਂ ਲਿਖ ਕੇ ਲੈ ਗਿਆ। ਉਹਨਾਂ ਨੇ ਮੈਨੂੰ ਕਿਹਾ ਸ਼ਾਇਰੀ ਨਾ ਪਾਓ ਸਰ ਇਹਦੇ 'ਚ ਪਲੀਜ਼, ਉੱਦਾਂ ਦੇ ਹੀ ਗੀਤ ਲਿਖੋ ਜਿੱਦਾਂ ਦੀਆਂ ਤੁਹਾਡੀਆਂ 2 ਐਲਬਮਾਂ ਆਈਆਂ ਨੇ। ਮੈਂ ਜਦੋਂ ਉੱਦਾਂ ਦੇ ਗਾਏ ਤਾਂ ਫਿਲਮਾਂ ਅਸਲ 'ਚ ਚੱਲੀਆਂ ਹੀ ਮੇਰੇ ਗੀਤਾਂ ਨੂੰ ਸੁਣਨ ਤੋਂ ਬਾਅਦ। ਹੁਣ ਮੈਨੂੰ ਪੂਰੇ ਦੇਸ਼ 'ਚ ਲੋਕ ਜਾਣਨ ਲੱਗ ਗਏ ਸੀ। ਦਿੱਲੀ, ਹਰਿਆਣਾ, ਹਿਮਾਚਲ, ਬੰਬੇ, ਪੰਜਾਬ 'ਚ ਤਾਂ ਸਿਰਾ ਹੀ ਹੋਇਆ ਪਿਆ ਸੀ। ਇੰਨੇ ਬੋਡੀਗਾਰਡ, ਇੰਨੇ ਸੋਹਣੇ ਹੋਟਲ 'ਚ ਰਹਿਣ ਨੂੰ, ਸਵੇਰੇ ਰੇਂਜ ਰੋਵਰ ਮੇਰੇ ਕੋਲ ਗੱਡੀ ਸੀ ਅਤੇ ਬਸ ਰੱਬ ਨੇ ਦਿਨ ਹੀ ਬਦਲ ਦਿੱਤੇ ਸੀ। ਮਾਂ ਪਿਓ ਨੂੰ ਮੈਂ ਬਾਹਰ ਸੈਟਲ ਕਰ ਦਿੱਤਾ ਸੀ ਕੁਝ ਟਾਈਮ ਲਈ ਅਤੇ ਭੈਣ ਬਾਰੇ ਕਿਸੇ ਨੂੰ ਦੱਸਿਆ ਹੀ ਨਹੀਂ ਕਿ ਇੱਕ ਭੈਣ ਵੀ ਹੈ। ਉਹ ਮੇਰਾ PU 'ਚ ਪੜ੍ਹਨ ਦਾ ਸੁਪਨਾ ਆਪ ਪੂਰਾ ਕਰ ਰਹੀ ਸੀ ਉੱਥੇ ਲਾਅ ਦੀ ਪੜ੍ਹਾਈ ਕਰਕੇ। ਮਾਂ ਨੇ ਕਦੇ ਕੁਝ ਕਿਹਾ ਨਹੀਂ ਸੀ ਕਿ ਇੰਨੇ ਪੈਸੇ ਕਿੱਥੋਂ ਆ ਰਹੇ ਨੇ, ਅਤੇ ਬਾਪੂ ਬਸ ਖੁਸ਼ ਸੀ, ਬਹੁਤ ਖੁਸ਼। ਬਸ ਦੋਵੇਂ ਖੁਸ਼ ਸੀ ਅਤੇ ਉਹਨਾਂ ਨੂੰ ਮੇਰੇ 'ਤੇ ਭਰੋਸਾ ਸੀ ਕਿ ਇਹ ਕੁਝ ਗਲਤ ਨਹੀਂ ਕਰ ਰਿਹਾ ਹੋਵੇਗਾ ਜੋ ਵੀ ਕਰ ਰਿਹਾ ਹੈ, ਕਿਉਂਕਿ ਅਸੀਂ ਇਹਦੇ 'ਚ ਬਹੁਤ ਚੰਗੇ ਆਦਰਸ਼ ਪਾਏ ਨੇ। ਮਾਂ ਨੂੰ ਇਹ ਸੀ ਕਿ ਜੇ ਭਟਕ ਵੀ ਗਿਆ ਤਾਂ ਮੁੜ ਕੇ ਆ ਹੀ ਜਾਊਗਾ। ਇੱਕ ਚੀਜ਼ ਹੋਰ ਵੀ ਅਜੀਬ ਹੋਈ ਇਸ ਪੂਰੇ ਦੌਰ 'ਚ, ਪਹਿਲਾਂ ਕੋਈ ਕੁੜੀ ਮੇਰੇ ਵੱਲ ਦੇਖਦੀ ਵੀ ਨਹੀਂ ਸੀ। ਜਦੋਂ ਮੇਰੇ ਗਾਣੇ ਚੱਲੇ ਤਾਂ ਪੂਰੇ ਖੱਤਾਂ ਵਾਂਗ ਮੇਰੇ ਰੂਪ ਦੀ ਤਾਰੀਫ, ਮੈਸੇਜ ਆਉਣ ਲੱਗ ਪਏ। ਮੈਨੂੰ ਪਤਾ ਲੱਗਿਆ ਕਿ ਦੌਲਤ ਅਤੇ ਸ਼ੋਹਰਤ ਬੰਦੇ ਨੂੰ ਸੋਹਣਾ ਅਤੇ ਸੁਨੱਖਾ ਵੀ ਬਣਾ ਦਿੰਦੀ ਹੈ। ਲੋਕ ਉਸ ਵਾਂਗ ਬਣਨ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਇੱਕ ਇਸ ਕਰਕੇ ਮਸ਼ਹੂਰ ਹੋ ਗਿਆ ਕਿਉਂਕਿ ਇਹਦੇ ਕੱਪੜੇ ਇੱਦਾਂ ਦੇ ਜਾਂ ਇਹਦੇ ਵਾਲ ਇੱਦਾਂ ਦੇ ਨੇ ਜਾਂ ਹਰ ਚੀਜ਼ ਨੂੰ ਕਾਪੀ ਕਰਦੇ ਆ। ਇਸ 'ਚ ਮੇਰੇ ਕਈ ਇੰਟਰਵਿਊ ਵੀ ਹੋਏ ਅਤੇ ਹਰੇਕ 'ਚ ਇੱਕ ਚੀਜ਼ ਕਾਮਨ ਸੀ ਕਿ ਬੱਬੂ ਜੀ ਤੁਹਾਡੇ 'ਤੇ ਨਸ਼ਿਆਂ ਦੇ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਜ਼ਿੰਮਾ ਹੁੰਦਾ ਹੈ। ਤਾਂ ਮੈਂ ਸਮਝਾਇਆ ਕਿ ਮੇਰੇ ਗੀਤ ਜਿਵੇਂ ਦੌਰ ਦੇ ਗੀਤ ਹਨ ਉਵੇਂ ਦੌਰ 'ਚ ਕੁਝ ਬਦਲਾਅ ਆਇਆ ਹੈ ਤਾਂ ਲੋਕ ਪਿਆਰ ਦੇ ਵੀ ਰਹੇ ਹਨ ਅਤੇ ਬੋਲਦੇ ਵੀ ਨੇ ਕਿ ਕੀ ਕਰ ਰਹੇ ਹਨ ਅੱਜ ਕੱਲ੍ਹ ਦੇ ਲੋਕ। ਪਰ ਮੈਨੂੰ ਪਤਾ ਨਹੀਂ ਬਿਲਕੁਲ ਉਹੀ ਦੇ ਰਿਹਾ ਜੋ ਸਮਾਜ ਤੋਂ ਲਿਆ ਹੈ, ਸਮਾਜ ਨੂੰ ਜਿਸ ਦੀ ਲੋੜ ਹੈ। ਜਦੋਂ ਗੱਡੀ 'ਚੋਂ ਨਿਕਲਿਆ ਕਰਾਂ 20-25 ਮੋਟਰਸਾਈਕਲ ਪਿੱਛੇ ਲੱਗ ਜਾਇਆ ਕਰਨ, ਯਾਨੀ ਲੋਕਾਂ ਨੇ ਮੈਨੂੰ ਇਹ ਮਹਿਸੂਸ ਹੋਣ ਲਾਤਾ ਕਿ ਮੈਂ ਬਹੁਤ ਸਿਰਾ ਬੰਦਾ ਅਤੇ ਆਪਾਂ ਦੁਨੀਆ ਜਿੱਤ ਲਈ ਹੈ। ਆਪਾਂ ਜ਼ਮਾਨਾ ਬਦਲਣ ਆਏ ਸੀ ਅਤੇ ਸਭ ਤੋਂ ਅਲੱਗ ਹਾਂ ਆਪਾਂ। ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਕੇ ਕਹਿਣਾ ਕਿਉਂ ਜੀ ਬੱਬੂ ਜੀ ਸਵਾਦ ਆ ਰਿਹਾ ਨਾ ਜ਼ਿੰਦਗੀ ਜਿਉਣ ਦਾ। ਸਭ ਤੋਂ ਕਮਾਲ ਦੀ ਚੀਜ਼ ਇਹ ਸੀ ਜਿਹੜੇ ਸਿੰਗਰਾਂ ਨੂੰ ਮੈਂ ਸੁਣ ਕੇ ਗਾਉਣਾ ਸਿੱਖਿਆ ਸੀ ਹੁਣ ਉਹ ਵੀ ਮੇਰੇ ਗਾਣੇ ਪ੍ਰਮੋਟ ਕਰ ਰਹੇ ਸਨ। ਸ਼ਹਿਰੀ ਬਾਈ ਨੇ ਮੈਨੂੰ ਫੋਨ ਕੀਤਾ ਅਤੇ ਦੱਸਿਆ ਕਿ ਮੈਂ ਤੁਹਾਡੇ ਗਾਣੇ ਸੁਣਦਾ ਰਿਹਾ, ਪਰ ਪਤਾ ਨਹੀਂ ਸੀ ਕਿ ਬਾਕੀ ਸਭ ਖੁਸ਼ ਹੋ ਜਾਂਦੇ ਨੇ। ਬਸ ਇੱਕ ਉਹੀ ਬੰਦਾ ਮੈਨੂੰ ਕਹਿੰਦਾ ਸੀ ਤੂੰ ਯੂਥ ਨੂੰ ਸਮਝਦਾ ਰਿਹਾ ਗੀਤਾਂ ਰਾਹੀਂ, ਪਰ ਤੈਨੂੰ ਸਮਝਾਉਣਾ ਕਿਸੇ ਨੇ ਗਲਤ ਸਿਖਾ ਦਿੱਤਾ। ਇਸ ਨੂੰ ਸਮਝਾਉਣਾ ਨਹੀਂ ਕੁਰਾਹੇ ਪਾਉਣਾ ਕਹਿੰਦੇ ਨੇ। ਸਮਝਾਉਣਾ ਹੁੰਦਾ ਉਹਨਾਂ ਵਰਗੇ ਹੀ ਹੋ ਕੇ ਉਹਨਾਂ ਨੂੰ ਕੋਈ ਮੈਸੇਜ ਵੀ ਦਿੱਤਾ ਜਾਵੇ, ਪਰ ਤੂੰ ਸਿਰਫ ਉਹਨਾਂ ਵਰਗਾ ਹੋ ਤਾਂ ਰਿਹਾ ਪਰ ਕੋਈ ਮੈਸੇਜ ਨਹੀਂ ਦੇ ਰਿਹਾ। ਇਹ ਗੱਲ ਜਦ ਮੈਂ ਇੰਦੇ ਨੂੰ ਦੱਸੀ ਕਿ ਮੈਂ ਬਾਈ ਦਾ ਐਡਾ ਵੱਡਾ ਫੈਨ ਸੀ, ਬਾਈ ਨੇ ਮੈਨੂੰ ਇੱਦਾਂ ਕਿਹਾ ਤਾਂ ਉਹ ਕਹਿ ਰਿਹਾ ਕਿ ਤੂੰ ਟੈਨਸ਼ਨ ਨਾ ਲੈ, ਹੁਣ ਆਪਣਾ ਦੌਰ ਹੈ, ਸਭ ਮੱਚਦੇ ਆਪਣੇ ਤੋਂ। ਪਰ ਮੈਨੂੰ ਫਿਰ ਵੀ ਲੱਗਿਆ ਕਰੇ ਕਿ ਬਾਈ ਕੁਝ ਕਹਿਣਾ ਚਾਹੁੰਦਾ ਅਤੇ ਮੈਂ ਗਲਤ ਹੋ ਕੇ ਕੁਝ ਸਮਝ ਨਹੀਂ ਪਾ ਰਿਹਾ। ਖੈਰ ਉਸ ਟਾਈਮ ਹੋਰ ਹੀ ਰੋਲੇ ਬਹੁਤ ਸੀ। ਇੱਕ ਸ਼ਲਾਰੂ ਜਿਹੇ ਨੇ ਆਪਣੇ ਗਾਣੇ 'ਤੇ ਪੁੱਠਾ ਗਾਣਾ ਗਾਤਾ ਅਤੇ ਮੈਨੂੰ ਬਹੁਤ ਗੁੱਸਾ ਆਇਆ ਕਿਉਂਕਿ ਅਸੀਂ ਤਾਂ ਕਦੇ ਕਿਸੇ 'ਤੇ ਕੋਈ ਗੱਲ ਹੀ ਨਹੀਂ ਸੀ ਸੁਣੀ। ਬਸ ਫੇਰ ਕੀ ਸੀ, ਮੈਂ ਆਪਣੇ ਮਿਊਜ਼ਿਕ ਵਾਲੇ ਨੂੰ ਇਹ ਗੱਲ ਦੱਸੀ ਤਾਂ ਉਹ ਕਹਿੰਦਾ ਪਹਿਲਾਂ ਤਾਂ ਸਟੋਰੀਆਂ ਪਾ 5-6 ਇਹ ਲਿਖ ਕੇ ਕਿ ਹੇਟਰ ਸੜਦੇ ਆ ਅਤੇ ਇਹ ਲਿਖ ਛੇਤੀ ਹੀ ਉਹਨਾਂ ਲਈ ਇੱਕ ਗੀਤ ਲਿਆਉਂਦੇ ਆ। ਮੈਨੂੰ ਕੁਝ ਨਾ ਸਮਝ ਲੱਗੇ ਵੀ ਹੋ ਕੀ ਰਿਹਾ। ਉਹ ਕਹਿੰਦਾ ਬਸ ਉਹ ਕਰੋ ਜੋ ਮੈਂ ਕਹਿ ਰਿਹਾ। ਮੈਂ ਵੀ ਡਰਿਆ ਵੀ ਮਸਾਂ ਸ਼ੋਹਰਤ ਹੱਥ ਆਈ ਹੈ, ਮੰਨ ਹੀ ਨਾ ਲੈਂਦੇ ਆ ਜੋ ਵੀ ਇਹ ਕਹਿ ਰਿਹਾ ਆ। ਫਿਰ ਉਹਦੇ ਕਹੇ 'ਤੇ ਮੈਂ ਉਹਦੇ ਰਿਪਲਾਈ 'ਚ ਇੱਕ ਗੀਤ ਕੱਢਿਆ ਤਾਂ ਲੋਕਾਂ ਨੇ ਸਾਡੀ ਲੜਾਈ ਦਾ ਬਹੁਤ ਚਰਚਾ ਕੀਤੀ। YouTube 'ਤੇ ਵੀ ਲੜਾਈ ਚੱਲਦੀ ਰਹੀ। ਇਹ ਤਾਂ ਸਾਡਾ ਫੋਨ 'ਤੇ ਗਾਲਾਂ ਕੱਢਣ ਨਾਲੋਂ ਵੀ ਸੌਖਾ ਕੰਮ ਸੀ। ਗਾਣਾ ਕੱਢਣਾ ਨਹੀਂ ਤਾਂ ਲੜਿਆ ਤਾਂ ਕਾਲਜ ਵੇਲੇ ਕਰਦੇ ਸੀ। ਇਹ ਲੜਾਈ 'ਚ ਤਾਂ ਭੋਰਾ ਵੀ ਸਵਾਦ ਨਹੀਂ ਸੀ, ਪਰ ਲੋਕਾਂ ਦੇ ਮੈਸੇਜ ਬਹੁਤ ਤੱਤੇ ਆ ਰਹੇ ਸਨ ਕਿ ਬਾਈ ਚੱਕ ਦੇ, ਹਿੱਟਰਸ ਨੂੰ ਜਵਾਬ ਦੇਣਾ ਆਪਾਂ, ਕਾਪੀ ਕੈਟ ਨੇ ਸਾਰੇ। ਮੈਂ ਕਿਹਾ ਕਰਾਂ ਵੀ ਇੰਨੀ ਜਨਤਾ ਜਦ ਕਹਿ ਰਹੀ ਹੈ ਹੁਣ ਆਪਾਂ ਸਹੀ ਕੀਤਾ ਗਾਣਾ ਕੱਢ ਕੇ, ਤਾਂ ਮਿਊਜ਼ਿਕ ਵਾਲਾ ਸਹੀ ਸੀ ਆਪਣੀ ਜਗ੍ਹਾ। ਹੁਣ ਉਹ ਘੁੱਗੂ ਜਿਹਾ ਵੀ ਵਧੀਆ ਲੱਗਿਆ ਕਰੇ, ਬਾਂਦਰ ਜਿਹਾ ਉਂਝ ਠੀਕ ਹੀ ਕਹਿੰਦਾ ਸੀ। ਜਦ ਫੋਟੋ ਖਿੱਚਣੀ ਹੋਇਆ ਕਰੇ ਹੋਰ ਹੀ ਪੁੱਠੇ ਸਿੱਧੇ ਪੋਜ਼ ਬਣਾਉਣ ਲਈ ਦੇਣ ਲੱਗ ਜਾਇਆ ਕਰੇ। ਮੈਨੂੰ ਉਹਨੂੰ ਦੇਖ ਕੇ ਲੱਗਿਆ ਕਰੇ ਵੀ ਇਹ ਵੀ ਜ਼ਰੂਰੀ ਹੁੰਦਾ ਹੋਊ, ਸੋ ਪ੍ਰਧਾਨ ਆਪਾਂ ਵੀ ਲੱਗ ਗਏ ਉੱਦਾਂ ਦਾ ਡਰਾਮਾ ਕਰਨ। ਫਿਰ ਮੇਰਾ 1.5 ਸਾਲ ਬਾਅਦ ਜਦੋਂ ਕੰਪਨੀ ਨਾਲ ਕੰਟਰੈਕਟ ਮੁੱਕਿਆ ਆਪਾਂ ਆਪਣੇ ਲੇਬਲ 'ਤੇ ਗਾਣਾ ਕੱਢਿਆ, ਸਮਾਨ ਰਿਕਾਰਡਸ। ਸਾਡਾ ਪਰ ਇੱਕ ਮਸਲਾ ਸੀ ਕਿ ਕੋਈ ਦੇਖ ਰੇਖ ਕਰਨ ਵਾਲਾ ਚਾਹੀਦਾ ਸੀ। ਇੰਦਾ ਤਾਂ ਪੜ੍ਹਿਆ ਲਿਖਿਆ ਨਹੀਂ ਸੀ ਉਹ। ਵੈਸੇ ਉੱਧਰ ਨਸ਼ੇ ਵੇਚਣ ਲੱਗ ਪਿਆ ਸੀ ਅਤੇ ਬਿਜ਼ੀ ਸੀ। 2-3 ਦਿਨਾਂ ਤੋਂ ਸੋਚਣ ਤੋਂ ਬਾਅਦ ਮੈਂ ਹੱਲ ਕੱਢਿਆ ਕਿ ਕੋਈ ਅਜਿਹਾ ਬੰਦਾ ਚਾਹੀਦਾ ਹੈ ਜਿਹਦੇ 'ਚ ਜ਼ਰੂਰਤ ਵੀ ਹੋਵੇ, ਫਾਇਦਾ ਵੀ ਮੇਰਾ ਸੋਚੇ ਅਤੇ ਪੜ੍ਹਿਆ ਲਿਖਿਆ ਵੀ ਹੋਵੇ। ਇਹ ਤਿੰਨੋਂ ਚੀਜ਼ਾਂ ਮੇਰੇ ਹੋਸਟਲ ਵਾਲੇ ਯਾਰ ਟਾਈਗਰ 'ਚ ਸੀ। ਫਿਰ ਮੈਂ ਉਹਨੂੰ ਕਈ ਸਾਲ ਬਾਅਦ ਮੈਸੇਜ ਕੀਤਾ ਤਾਂ ਉਹਦਾ ਰਿਪਲਾਈ ਨਹੀਂ ਆਇਆ। ਜਦੋਂ ਫ਼ੋਨ ਕੀਤਾ ਤਾਂ ਉਹਦੀ ਮਾਂ ਨੇ ਚੱਕਿਆ। ਜਦ ਮੈਂ ਉਹਦੇ ਨਾਲ ਗੱਲ ਕਰਾਉਣ ਨੂੰ ਕਿਹਾ ਤਾਂ ਉਹਨੇ ਉਹਦਾ ਨਵਾਂ ਨੰਬਰ ਦੇ ਦਿੱਤਾ। ਉਹਦੇ 'ਤੇ ਮੈਂ ਫ਼ੋਨ ਲਾਇਆ ਤਾਂ ਪਤਾ ਲੱਗਾ ਕਿ ਸਰਦਾਰ ਜੀ ਅੱਜ ਕੱਲ੍ਹ ਕਾਲਜ 'ਚ ਪੜ੍ਹਾਉਣ ਲੱਗ ਪਏ ਹਨ। ਮੈਂ ਉਹਦਾ ਬਹੁਤ ਮਜ਼ਾਕ ਉਡਾਇਆ। ਉਹਨੂੰ ਕਿਹਾ ਵੀ ਇੰਨੀ ਕੁ ਤਨਖਾਹ ਤੇਰੀ? ਕਹਿੰਦਾ 20,000।
ਮੈਂ ਉਹਨੂੰ ਕਿ ਦੱਸਿਆ ਕਿ ਇੰਨਾ ਕੁ ਤਾਂ ਮੇਰਾ ਬੋਡੀਗਾਰਡ ਇੱਕ ਸ਼ੋਅ ਦੇ ਲੈ ਜਾਂਦਾ। ਫਿਰ ਮੈਂ ਉਹਨੂੰ ਚੰਡੀਗੜ੍ਹ ਮਿਲਣ ਲਈ ਬੁਲਾਇਆ। ਜਦ ਉਹ ਆਇਆ ਤਾਂ ਮਿਲ ਕੇ ਅਸੀਂ ਬਹੁਤ ਖੁਸ਼ ਹੋਏ। ਪਹਿਲਾਂ ਸਾਰੀਆਂ ਯਾਦਾਂ ਤਾਜ਼ੀਆਂ ਕੀਤੀਆਂ ਕਿ ਕਿੰਨਾ ਸੋਹਣਾ ਟਾਈਮ ਸੀ ਸਾਡੇ ਹੋਸਟਲ ਦਾ। ਫਿਰ ਉਹਦੇ ਅਤੇ ਮੇਰੀਆਂ ਸਹੇਲੀਆਂ ਬਾਰੇ ਮਜ਼ਾਕ। ਫਿਰ ਜਦੋਂ ਮੈਂ ਕੱਢ ਕੇ ਕੂਲ ਲਿਪ ਲਾਈ ਤਾਂ ਕਹਿੰਦਾ, ਇਹ ਕੀ ਬਾਈ? ਮੈਂ ਕਿਹਾ, ਕੁਝ ਨਹੀਂ, ਬਹਿ ਜਾ, ਕਦੇ ਕਦੇ ਕਰ ਲੈਨਾ। ਉਹ ਕਹਿੰਦਾ, ਤੂੰ ਤਾਂ ਉਦੋਂ ਸਭ ਕੁਝ ਛੱਡ ਗਿਆ ਸੀ। ਮੈਂ ਉਹਨੂੰ ਕਿਹਾ ਵੀ ਯਾਰਾ, ਛੱਡਿਆ ਸੀ ਜਿਹਦੇ ਪਿੱਛੇ ਉਹ ਤਾਂ ਜਦ ਗਈ ਤਾਂ ਸਭ ਕੁਝ ਦੁਬਾਰੇ ਹੱਥ 'ਤੇ ਰੱਖ ਗਈ। ਫਿਰ ਮੈਂ ਕਿਹਾ, ਤੂੰ ਛੱਡ ਇਹਨਾਂ ਗੱਲਾਂ ਨੂੰ, ਇਹ ਦੱਸ ਮੇਰੇ ਲਈ ਕੰਮ ਕਰੇਗਾ? ਉਹ ਕਹਿੰਦਾ ਵੀ ਮੈਂ ਬਹੁਤ ਹੈਰਾਨ ਹੋਇਆ ਅਤੇ ਮੈਂ ਉਹਨੂੰ ਕਿਹਾ ਕਿ ਤੇਰੇ ਬਿਨਾਂ ਮੈਨੂੰ ਕੋਈ ਲੁੱਟ ਕੇ ਖਾ ਜੂ ਸਾਲਿਆ। ਤਾਂ ਕਹਿੰਦਾ, ਕੰਮ ਤਾਂ ਕਰੂੰ, ਪਰ ਪਹਿਲਾਂ ਇੰਦਾ ਕਹਿ ਕਿ ਮੇਰੇ ਨਾਲ ਕੰਮ ਕਰੇਗਾ, ਇਹ ਨਾ ਕਹਿ ਕਿ ਮੇਰੇ ਲਈ ਕੰਮ ਕਰੇਗਾ। ਮੈਂ ਹੱਸ ਪਿਆ ਵੀ ਸਾਲਾ ਅੱਜ ਵੀ ਮਾੜਚੂ ਜਿਹਾ ਆਕੜ ਪੂਰੀ ਆ। ਫਿਰ ਕੀ, ਟਾਈਗਰ ਬਣ ਗਿਆ ਮੈਨੇਜਰ ਅਤੇ ਆਪਾਂ ਬਣ ਗਏ ਸਿੰਗਰ। ਨਸ਼ਾ ਮੈਂ ਹੁਣ ਵੀ ਵੇਚਦਾ ਸੀ। ਮੇਰਾ ਕੰਮ ਹੁਣ ਇੰਦਾ ਹੀ ਸਾਂਭਦਾ ਸੀ। ਗਾਣੇ ਸਾਰੇ ਹਿੱਟ ਸੀ ਅਤੇ ਮੈਂ ਟਾਈਗਰ ਤੋਂ ਬਚਾ ਕੇ ਸਮਾਨ ਜਿਹਾ ਸੈੱਟ ਹੋ ਕੇ ਸਟੇਜਾਂ 'ਤੇ ਜਾਇਆ ਕਰਨਾ। ਗਾਣਾ ਬਾਬੇ ਨੇ ਸੁੱਖ ਨਾਲ ਕਦੇ ਖਰਾਬ ਨਹੀਂ ਹੋਇਆ ਅਤੇ ਭੰਗੜੇ ਵਾਲੇ ਕੋਚ ਦੀਆਂ ਗੱਲਾਂ ਵੀ ਮੈਨੂੰ ਯਾਦ ਸਨ ਕਿ ਕਿਵੇਂ ਸੁਣਨ ਵਾਲੇ ਨੂੰ ਸਵਾਦ ਦਿਵਾਉਣਾ ਗਾਉਣ ਵਾਲੇ ਨੇ। ਬਸ ਫਿਰ ਘੈਂਟ ਚੱਲ ਰਿਹਾ ਸੀ ਸਾਰਾ ਕੰਮ। ਮੇਰੇ ਨਾਲ ਦੇ ਸਾਰਾ ਦਿਨ ਕਹਿੰਦੇ ਰਹਿੰਦੇ, ਫਲਾਣੀ ਕੁੜੀ ਤੁਹਾਡੀ ਫੈਨ ਆ, ਫਲਾਣੀ ਆ, ਉਹਨੇ ਮਿਲਣਾ। ਮੈਂ ਸ਼ਰਮੀ ਜਾਇਆ ਕਰਾਂ। ਵੈਸੇ ਮੈਂ ਕਾਫੀ ਕੁੜੀਆਂ ਨਾਲ ਰਿਲੇਸ਼ਨ 'ਚ ਰਿਹਾ ਸੀ, ਪਰ ਉਹ ਪਿਆਰ ਕੁਝ ਵੱਖਰਾ ਹੁੰਦਾ ਸੀ। ਜੋ ਇਹ ਮੇਰੇ ਨਾਲ ਦੇ ਕਹਿ ਰਹੇ ਸੀ ਕਿ ਉਹ ਪਿਆਰ ਕੁਝ ਹੋਰ ਸੀ। ਮੇਰਾ ਡਰਾਈਵਰ ਜਿਹਾ ਕਰੀ ਜਾਇਆ ਕਰੇ, ਬਾਬੇ ਤੁਹਾਡਾ ਤਾਂ ਨਾਮ ਹੀ ਬਹੁਤ ਆ, ਤਾਂ ਤੁਹਾਡੇ ਬੋਡੀਗਾਰਡ ਨੇ ਵੀ ਕਈ ਕੁੜੀਆਂ ਨਾਲ ਬਿਸਤਰ ਸਾਂਝੇ ਕਰ ਲਏ ਹਨ, ਤੁਸੀਂ ਕਿਉਂ ਨਹੀਂ ਇੰਜੋਏ ਕਰਦੇ ਇਹ ਸਭ ਕੁਝ। ਉਸਨੂੰ ਮੈਂ ਕੀ ਦੱਸਦਾ ਕਿ ਇਹ ਸਭ ਕਿੰਨਾ ਗਲਤ ਸੀ, ਕਿਉਂਕਿ ਜਦ ਕੋਈ ਕੁੜੀ ਸਾਡੀ ਫੈਨ ਹੁੰਦੀ ਹੈ ਤਾਂ ਉਸ ਤੋਂ ਪਵਿੱਤਰ ਕੁਝ ਨਹੀਂ ਹੁੰਦਾ। ਮੈਨੂੰ ਪਹਿਲੀ ਵਾਰੀ ਜ਼ਿੰਦਗੀ 'ਚ ਗਾਇਕੀ ਦੇ ਗੁਣ ਸਿਖਾਉਣ ਵਾਲਾ ਉਸਤਾਦ ਮੇਰੇ ਇੱਕ ਮੁਹੱਲੇ 'ਚ ਰਹਿਣ ਵਾਲੀ ਕੁੜੀ ਹੀ ਸੀ। ਉਹਨੇ ਮੈਨੂੰ ਸਿਖਾਇਆ ਕਿਉਂਕਿ ਹਰਭਜਨ ਮਾਨ ਉਹਨੂੰ ਬਹੁਤ ਚੰਗਾ ਲੱਗਦਾ ਸੀ ਅਤੇ ਗਾਉਂਦਾ ਹੋਇਆ, ਅਤੇ ਉਹ ਕਿਹਾ ਕਰੇ ਕਿ ਮੇਰਾ ਵੀਰ ਵੱਡਾ ਹੋ ਕੇ ਹਰਭਜਨ ਮਾਨ ਬਣੂ। ਖੈਰ ਮੈਂ ਹਰਭਜਨ ਮਾਨ ਵਰਗਾ ਤਾਂ ਬਿਲਕੁਲ ਵੀ ਨਹੀਂ ਸੀ ਬਣਿਆ, ਪਰ ਗਾਉਣ ਜ਼ਰੂਰ ਲੱਗ ਪਿਆ ਸੀ। ਹੁਣ ਜੋ ਵੀ ਸੀ, ਇਹ ਪ੍ਰੇਰਨਾ ਤਾਂ ਇੱਕ ਫੈਨ ਨੇ ਹੀ ਮੇਰੇ ਅੰਦਰ ਪਾਈ ਸੀ, ਅਤੇ ਜੋ ਕੁਝ ਅੱਜ ਦੇ ਆਪਣੇ ਆਪ ਨੂੰ ਸਾਫ਼ ਸੁਥਰੇ ਅਤੇ ਚੰਗੀ ਗਾਇਕੀ ਦੇ ਜੋਹਰ ਦਿਖਾਉਣ ਵਾਲੇ ਆਪਣੀ ਫੀਮੇਲ ਫੈਨਸ ਨਾਲ ਕਰਕੇ ਛੱਡ ਰਹੇ ਨੇ, ਉਸ ਦੇ ਨਤੀਜੇ ਕੀ ਨਿਕਲਣਗੇ, ਇਹ ਸੋਚ ਕੇ ਮੈਂ ਡਰ ਜਾਂਦਾ ਸੀ। ਅਤੇ ਅੱਜ ਤਾਂ ਮੈਨੂੰ ਪੂਰਾ ਮਾਣ ਹੈ ਕਿ ਮੈਂ ਉਹ ਮੂੰਹ ਬੋਲੀ ਭੈਣ ਕਿਸੇ ਦੀ ਫੈਨ ਹੈ। ਪਰ ਸ਼ਾਇਦ ਜੇ 10 ਜਾਂ 15 ਸਾਲ ਬਾਅਦ ਮੇਰੀ ਪਤਨੀ ਜਾਂ ਬੱਚੀ ਕਹੇ ਕਿ ਮੈਂ ਫਲਾਣੇ ਦੀ ਫੈਨ ਹਾਂ, ਤਾਂ ਮੇਰੇ ਅੰਦਰ ਡਰ ਆਉਣ ਲੱਗ ਜਾਣਾ ਕਿ ਕੋਈ ਗਲਤ ਕੰਮ ਨਾ ਹੋ ਜੇ। ਸੋ ਇਹ ਸੁਣ ਕੇ ਫਿਰ ਕਦੇ ਵੀ ਮੈਨੂੰ ਡਰਾਈਵਰ ਨੇ ਨਹੀਂ ਕਿਹਾ ਕਿ ਬਾਈ ਉਹਨੂੰ ਮਿਲ ਲਓ ਜਾਂ ਉਹਨੂੰ ਮਿਲ ਲਓ। ਬਸ ਫਿਰ ਦਿਨ ਬੀਤਦੇ ਗਏ ਅਤੇ ਮੁੰਡੇ ਆਪਣੇ ਨਸ਼ੇ ਵੀ ਕਰ ਰਹੇ ਸਨ ਅਤੇ ਨਸ਼ਿਆਂ ਵਾਲੇ ਗੀਤ ਵੀ ਸੁਣ ਰਹੇ ਸਨ। ਮੈਂ ਖੁਦ ਵੀ ਇਹੀ ਕੁਝ ਕਰ ਰਿਹਾ ਸੀ। ਸਾਰਾ ਪੰਜਾਬ ਇਹੀ ਚੀਜ਼ 'ਚ ਖੁਸ਼ ਸੀ ਸ਼ਾਇਦ। ਪਰ ਇੱਕ ਦਿਨ ਰਾਤੋਂ ਰਾਤ ਤਖਤਾ ਪਲਟ ਗਿਆ। ਮੇਰੇ ਨਸ਼ੇ ਦੇ ਕਾਰਨ 2 ਮੁੰਡੇ ਓਵਰਡੋਜ਼ ਨਾਲ ਮਰ ਗਏ। ਜਦ ਪੁਲਿਸ ਨੂੰ ਲਾਸ਼ਾਂ ਮਿਲੀਆਂ ਤਾਂ ਮੇਰੇ ਕੋਲ ਗੀਤ ਹੀ ਚੱਲ ਰਹੇ ਸਨ। ਅਗਲੇ ਦਿਨ ਦੀ ਅਖਬਾਰ ਨੇ ਮੇਰੀ ਫੋਟੋ ਲਾਈ ਅਤੇ ਵੱਡਾ ਲਿਖਿਆ ਕਿ ਤਸਕਰ ਹੁਣ ਗਾਇਕ ਵੀ ਹਨ, ਅਤੇ ਬਹੁਤ ਫੋਨ ਆਏ। ਮੈਂ ਕੁਝ ਸੋਚਣ ਲੱਗ ਗਿਆ ਕਿ ਇਹ ਕੀ ਹੋ ਰਿਹਾ ਹੈ। ਮੇਰੇ ਤੋਂ ਬਸ ਚੁੱਪ ਹੋ ਗਿਆ ਅਤੇ ਮੈਂ ਕੋਲ ਬੈਠਾ ਟਾਈਗਰ ਮੈਨੂੰ ਹੌਸਲਾ ਦੇਈ ਜਾਵੇ ਕਿ ਬਾਈ ਚੱਲ ਕੋਈ ਨਾ, ਕੁਝ ਦਿਨਾਂ 'ਚ ਮਾਮਲਾ ਠੰਡਾ ਹੋ ਜੂ। ਮੈਂ ਕਮਰੇ 'ਚ ਬਸ ਚੁੱਪ ਕਰਕੇ ਇਕੱਲਾ ਜਿਹਾ ਬਹਿ ਗਿਆ ਅਤੇ ਮਾਂ ਦਾ ਜਦ ਫੋਨ ਆਇਆ ਤਾਂ ਧੜਕਣ ਹੋਰ ਤੇਜ਼ ਹੋ ਗਈ। ਚੁੱਕਣਾ ਤਾਂ ਪੈਣਾ ਹੀ ਸੀ। ਕੰਬਦੇ ਹੱਥਾਂ ਨਾਲ ਮੈਂ ਚੱਕਿਆ ਤਾਂ ਅੱਗਿਓਂ ਆਵਾਜ਼ ਆਈ, ਕੀ ਗੱਲ, ਘਬਰਾ ਕਿਉਂ ਗਿਆ? ਆਹੀ ਕੁਛ ਤਾਂ ਮੈਂ ਤੇਰੇ ਪਿਓ ਨੂੰ ਕਹਿੰਦੀ ਰਹੀ, ਉਹਨੇ ਤਾਂ ਸੁਣੀ ਨਹੀਂ। ਸ਼ਾਇਦ ਤੂੰ ਹੀ ਧਿਆਨ ਦੇ ਲਵੇ ਮੇਰੀਆਂ ਗੱਲਾਂ 'ਤੇ। ਪਰ ਕੋਈ ਨਾ ਪੁੱਤਰਾ, ਤੇਰਾ ਕਸੂਰ ਨਹੀਂ। ਸ਼ਾਇਦ ਮੇਰੀ ਹੀ ਪਰਵਰਿਸ਼ 'ਚ ਕੋਈ ਕਮੀ ਰਹਿ ਗਈ ਹੋਊ ਕਿ ਮੇਰਾ ਘਰ ਵਾਲਾ ਤਾਂ ਬਸ ਤਸਕਰ ਹੀ ਸੀ, ਤੂੰ ਤਾਂ ਕਾਤਲ ਵੀ ਬਣ ਗਿਆ। ਸ਼ਾਬਾਸ਼ ਪੁੱਤਰ ਸ਼ਾਬਾਸ਼, ਅੱਜ ਤੇਰੀ ਮਾਂ ਦੇ ਮੋਢਿਆਂ 'ਤੇ ਫੀਤੀਆਂ ਦਾ ਰੈਂਕ ਵੱਧ ਗਿਆ। ਹੁਣ ਇਹ ਸਿਰਫ ਨਸ਼ਾ ਵੇਚਣ ਵਾਲੇ ਦੀ ਘਰ ਵਾਲੀ ਨਹੀਂ, ਬਲਕਿ ਇੱਕ ਕਾਤਲ ਦੀ ਮਾਂ ਵੀ ਹੈ। ਪਰ ਯਾਦ ਰੱਖੀ, ਹਾਲੇ ਵੀ ਸੰਭਲ ਜਾ, ਕੁਝ ਹੋਰ ਨਾ ਬੀਜ, ਛੱਡ ਦੇ ਮਾੜੀ ਖੇਤੀ। ਇਹ ਸਭ ਸੁਣ ਕੇ ਮੈਂ ਫੋਨ ਕੱਟਤਾ ਅਤੇ ਬਸ ਮੈਂ ਸੁੰਨਸਾਨ ਬੈਠਾ ਰਿਹਾ। ਅੱਜ ਲਈ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਅਗਲੇ ਪਾਰਟ ਦੇ ਨਾਲ। ਟਿਲ ਦੈਨ ਟੇਕ ਕੇਅਰ।